ਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਇਹ ਜੋ ਬਿਲਕੁਲ ਹੀ ਘਰਾਂ ਦੇ ਵਿੱਚ ਬੈਠ ਕੇ ਜਿਨ੍ਹਾਂ ਨੇ ਕਦੇ ਵੀ ਗੁਰਬਾਣੀ ਦਾ ਪਾਠ ਨਹੀਂ ਕੀਤਾ, ਜ਼ਿਆਦਾ ਮਨ ਦੇ ਅੰਦਰ ਹਮੇਸ਼ਾ ਡਰ ਰਹਿੰਦਾ ਕਿ ਕੋਈ ਗਲਤੀ ਨਾ ਹੋ ਜਾਵੇ, ਜਾਂ ਭਾਵ ਅਰਥ ਕੀ ਹੈ, ਜਾਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਨ੍ਹਾਂ ਦਾ ਐਕਸਪਲੇਨ ਕਰਨਾ ਬਹੁਤ ਔਖਾ ਵੀ ਹੁੰਦਾ। ਸੋ ਸੰਗਤਾਂ ਨੂੰ ਜਿਵੇਂ ਬਹੁਤ ਜ਼ਿਆਦਾ ਪਹਿਲਾਂ ਜਿਹੜੇ ਕਈ ਵਾਰ ਅਰਥਾਂ ਦੀ ਵਿਚਾਰ ਕਰ ਚੁੱਕੇ ਨੇ, ਉਹ ਥੋੜ੍ਹੇ ਹੀ ਜੀਵ ਨੇ, ਪਰ ਜਿਨ੍ਹਾਂ ਨੂੰ ਹੁਣ ਮਹਾਰਾਜ ਨੇ ਕਿਰਪਾ ਕੀਤੀ ਹੈ ਉਹ ਬਿਲਕੁਲ ਹੀ ਨਵੇਂ ਵਿਦਿਆਰਥੀ, ਪਹਿਲੀ ਕਲਾਸ ਵਾਲੇ, ਸੋ ਜੋ ਬਹੁਤ ਸੂਖਮ ਜਿਹੇ ਰੂਪ ਵਿੱਚ ਅਰਥ ਕੀਤੇ ਜਾ ਰਹੇ ਨੇ। ਵਿਸਥਾਰ ਆਪਾਂ ਜਿੰਨਾ ਮਰਜ਼ੀ ਕਰ ਸਕਦੇ ਹਾਂ, ਉਹ ਇੱਕ ਵਿਦਵਾਨੀ ਦੀ ਚੀਜ਼ ਹੁੰਦੀ ਹੈ ਕਿ ਉਹਦੇ ਉੱਤੇ ਪ੍ਰਮਾਣ ਲਾਉਣੇ, ਦ੍ਰਿਸ਼ਟਾਂਤ ਲਾਉਣੇ, ਪਰ ਮੂਲ ਰੂਪ ਦੇ ਵਿੱਚ ਅਰਥਾਂ ਦਾ ਗਿਆਨ ਇੱਕ ਵਾਰ ਹੋ ਜਾਵੇ ਤਾਂ ਅੱਗੇ ਫਿਰ ਵਿਸਥਾਰ ਆਪੇ ਹੀ ਹੁੰਦਾ। ਲੜੀਵਾਰ ਕਥਾ ਵਿੱਚ ਵਿਸਥਾਰ ਦੀ ਲੋੜ ਹੀ ਨਹੀਂ ਪੈਂਦੀ, ਕਿਉਂਕਿ ਲੜੀਵਾਰ ਕਥਾ ਆਪਣੇ ਆਪ ਵਿੱਚ ਆਪ ਹੀ ਵਿਸਥਾਰ ਹੁੰਦਾ। ਸਤਿਗੁਰੂ ਨਾਲ ਨਾਲ ਆਪੇ ਹੀ ਜਵਾਬ ਦੇਈ ਜਾਂਦੇ ਨੇ। ਸੋ ਆਓ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ 14ਵਾਂ ਸ਼ਲੋਕ ਸ੍ਰੀ ਰਾਗ ਦੀ ਵਾਰ ਵਿੱਚ 88 ਅੰਗ ਤੇ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਸਤਿਗੁਰਾਂ ਨੂੰ ਇਹਨਾਂ ਹੱਥਾਂ ਦੇ ਨਾਲ ਸੇਵਾ ਨਹੀਂ ਕੀਤੀ, ਸਰੀਰ ਸਫਲੇ ਨਹੀਂ ਕੀਤੇ ਹਨ, ਅਤੇ ਜ਼ੁਬਾਨ ਦੇ ਨਾਲ ਸ਼ਬਦ ਨਹੀਂ ਪੜ੍ਹਿਆ, ਮਨ ਦੇ ਨਾਲ ਸ਼ਬਦ ਦੀ ਵਿਚਾਰ ਨਹੀਂ ਕੀਤੀ, ਫਿਰ ਇਸ ਤਰ੍ਹਾਂ ਉਹਨਾਂ ਨੇ ਮਨ ਬਾਣੀ ਸਰੀਰ ਕਰਕੇ ਕੁਝ ਵੀ ਆਪਣਾ ਸਫਲਾ ਨਹੀਂ ਕੀਤਾ। ਜੇ ਉਹ ਮਨ ਕਰਕੇ ਸ਼ਬਦ ਦੀ ਵਿਚਾਰ ਨੂੰ ਕਰਦੇ ਫਿਰ ਉਹਨਾਂ ਦੇ ਅੰਦਰ ਗਿਆਨ ਆ ਜਾਣਾ ਸੀ। ਪਰ ਸਤਿਗੁਰੂ ਕਹਿੰਦੇ ਨੇ ਅੰਤਰ ਗਿਆਨ ਨਾ ਆਇਓ, ਕਿਉਂਕਿ ਸ਼ਬਦ ਦੀ ਵਿਚਾਰ ਨਹੀਂ ਕੀਤੀ, ਸਤਿਗੁਰੂ ਦੀ ਸੇਵਾ ਵੀ ਨਹੀਂ ਕੀਤੀ। ਫਿਰ ਉਹਨਾਂ ਦੇ ਹਿਰਦੇ ਦੇ ਅੰਦਰ ਵਾਹਿਗੁਰੂ ਦਾ ਗਿਆਨ ਆਇਆ ਹੀ ਨਹੀਂ, ਪ੍ਰਗਟ ਹੀ ਨਹੀਂ ਹੋਇਆ। ਮਿਰਤਕ ਹੈ ਉਹ, ਦੁਨੀਆ ਵਿੱਚ ਮੁਰਦੇ ਦੇ ਤੁੱਲ ਹੈ। ਸੰਸਾਰ ਤੋਂ ਭਾਵ ਸੰਸਾਰ ਦੇ ਵਿੱਚ 1,84 ਹੀ ਫੇਰ ਪਿਆ, ਮਰ ਜੰਮੈ ਹੋਏ ਖੁਆਰ। ਉਹ ਜਿਹੜੇ ਜੀਵ ਨੇ ਉਹ 84 ਲੱਖ ਜੂਨੀਆਂ ਦੇ ਗੇੜੇ ਵਿੱਚ ਹੀ ਪਏ ਰਹਿੰਦੇ ਨੇ, ਇਸ ਲਈ ਉਹ ਜਨਮ ਮਰਨ ਦੇ ਵਿੱਚ ਖਰਾਬ ਹੀ ਹੁੰਦੇ ਨੇ। ਸਤਿਗੁਰ ਕੀ ਸੇਵਾ ਸੋ ਕਰੇ, ਜਿਸਨੂੰ ਆਪ ਕਰਾਏ ਸੋਏ। ਸੋਏ ਹੁੰਦਾ ਉਹ ਕੌਣ ਹੈ? ਪਰਮਾਤਮਾ। ਇਹ ਤਾਂ ਉਹ ਪਰਮਾਤਮਾ ਨੇ ਜਿਨ੍ਹਾਂ ਜਿਨ੍ਹਾਂ ਜੀਵਾਂ ਦੇ ਉੱਤੇ ਨਿਸ਼ਾਨੀਆਂ ਲਾਤੀਆਂ ਨੇ। ਲਾਲ ਰੰਗ ਤਿਸਕਾ ਲੱਗਾ ਜਿਸਕੇ ਵਡਭਾਗਾ। ਮੰਨੋ ਕਿ ਲਾਲ ਰੰਗ ਦੀਆਂ ਨਿਸ਼ਾਨੀਆਂ ਲਾਤੀਆਂ ਜੀਵਾਂ ਤੇ ਕਿ ਇਹਨਾਂ ਨੇ ਤਰਨਾ। ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਪ੍ਰੇਰਨਾ ਦੇ ਕੇ ਗ੍ਰੰਥ ਸਾਹਿਬ ਦੇ ਕੋਲ ਭੇਜ ਦਿੱਤਾ। ਉਹ ਆਪੇ ਹੀ ਚਲੇ ਆ ਰਹੇ ਨੇ ਮਹਾਰਾਜ ਦੀ ਸ਼ਰਨ ਵਿੱਚ, ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਕੇ, ਸੰਗਤਾਂ ਵਿੱਚ ਬੈਠ ਕੇ ਸ਼ਬਦ ਦੀ ਸੇਵਾ, ਵਿਚਾਰ ਦੀ ਸੇਵਾ, ਸਿਮਰਨ ਦੀ ਸੇਵਾ, ਚੌਰ ਦੀ ਸੇਵਾ, ਰੁਮਾਲਿਆਂ ਦੀ ਸੇਵਾ। ਇਸ ਤਰ੍ਹਾਂ ਉਹ ਸਤਿਗੁਰ ਕੀ ਸੇਵਾ ਸੋ ਕਰੇ, ਜਿਸਨੂੰ ਆਪ ਕਰਾਏ ਸੋਏ। ਜਿਹਨੂੰ ਆਪ ਵਾਹਿਗੁਰੂ ਕਰਾਉਂਦਾ ਉਹ ਫਿਰ ਸਤਿਗੁਰੂ ਦੀ ਸੇਵਾ ਕਰਨ ਲੱਗ ਜਾਂਦਾ। ਸਤਿਗੁਰੂ ਕੀ ਸੇਵਾ ਸਫਲ ਹੈ, ਪਰ ਨਾਲ ਕਹਿੰਦੇ ਜੇ ਕੋ ਕਰੇ ਚਿੱਤ ਲਾਏ। ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਫਿਰ ਸਤਿਗੁਰੂ ਦੀ ਸੇਵਾ ਕਰਨ ਨਾਲ ਉਹਨੂੰ ਕੀ ਪ੍ਰਾਪਤੀ ਹੁੰਦੀ ਹੈ? ਸਤਿਗੁਰ ਵਿੱਚ ਨਾਮ ਨਿਧਾਨ ਹੈ, ਕਰਮ ਪ੍ਰਾਪਤ ਹੋਏ। ਸਤਿਗੁਰਾਂ ਦੇ ਵਿੱਚ ਜਿਹੜਾ ਖਜ਼ਾਨਾ ਭਰਿਆ ਹੋਇਆ ਨਾਮ ਦਾ, ਜਿਵੇਂ ਸਮੁੰਦਰ ਕਿੰਨਾ ਵੱਡਾ ਭਰਿਆ ਪਿਆ ਪਾਣੀ ਨਾਲ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਖਜ਼ਾਨਾ ਨੇ, ਨਾਮ ਦਾ ਖਜ਼ਾਨਾ, ਨਿਧੀਆਂ ਦਾ ਖਜ਼ਾਨਾ। ਪਰ ਉਹਨਾਂ ਦੀ ਜਦੋਂ ਕਿਰਪਾ ਹੁੰਦੀ ਕਿਸੇ ਜੀਵ ਦੇ ਉੱਤੇ ਤਾਂ ਹੀ ਸਤਿਗੁਰੂ ਜੀ ਕਿਰਪਾ ਕਰਦੇ ਨੇ। ਅਕਾਲ ਪੁਰਖ ਦੀ ਕਿਰਪਾ ਦਾ ਸਦਕਾ, ਉਹਨਾਂ ਦੀ ਕਿਰਪਾ ਨਾਲ ਇਹ ਖਜ਼ਾਨਾ ਨਾਮ ਦਾ ਪ੍ਰਾਪਤ ਹੁੰਦਾ।
ਸਚ ਰਤੇ ਗੁਰ ਸ਼ਬਦ ਸਿਉ, ਤਿਨ ਸੱਚੀ ਸਦਾ ਲਿਵ ਹੋਏ। ਜਿਹੜੇ ਗੁਰੂ ਸ਼ਬਦ ਦੁਆਰਾ ਸੱਚ ਸਿਉਂ ਤੋਂ ਭਾਵ ਸੱਚੇ ਪਰਮਾਤਮਾ ਨਾਲ ਰੱਤੇ ਹੋਏ ਨੇ। ਰੱਤੇ ਕੌਣ ਹੁੰਦੇ ਜੀ? ਕਹਿੰਦੇ ਰੱਤੇ ਸਹੀ ਜੇ ਮੁਖ ਨਾ ਮੋੜਨ, ਜਿਨੀ ਸੰਜਾਤਾ ਸਾਈ। ਝੜ ਝੜ ਪਾਉਂਦੇ ਕੱਚੇ ਬਿਰਹੀ, ਇਨਾ ਕਾਰ ਨਾ ਆਈ। ਰੱਤੇ ਹੋਏ ਉਹ ਨੇ ਜਿਹਦੇ ਕਦੇ ਮੁਖ ਨਹੀਂ ਮੋੜਦੇ ਆਪਣੇ ਸਤਿਗੁਰਾਂ ਤੋਂ। ਰੱਤੇ ਤੋਂ ਭਾਵ ਰਚ ਮਿਚ ਗਏ, ਪੁਰਾਣੀ ਬੋਲੀ ਮੁਤਾਬਕ ਤਦਾਕਾਰ ਹੋ ਗਏ। ਉਹਨਾਂ ਦੀ ਹਮੇਸ਼ਾ ਹੀ ਵਾਹਿਗੁਰੂ ਵਿੱਚ ਲਿਵ ਜਿਹੜੀ ਜੁੜੀ ਰਹਿੰਦੀ, ਸੱਚੀ ਲਿਵ ਲੱਗ ਜਾਂਦੀ ਹੈ। ਹੋਰ ਪਾਸਿਓਂ ਮਨ ਨੇ ਹਟ ਜਾਣਾ। ਨਾਨਕ ਜਿਸਨੋਂ ਮੇਲੇ ਨਾ ਵਿਛੜੈ, ਸਹਿਜ ਸਮਾਵੈ ਸੋਏ। ਮਹਾਰਾਜ ਕਹਿੰਦੇ ਜਿਹਨੂੰ ਵਾਹਿਗੁਰੂ ਆਪਣੇ ਨਾਲ ਮੇਲ ਲੈਂਦਾ, ਨਾਲ ਕਿਵੇਂ ਮੇਲਦਾ ਹੈ? ਸ਼ਬਦ ਦੀ ਵਿਚਾਰ ਦੁਆਰਾ। ਫਿਰ ਉਹ ਕਦੇ ਵਿਛੜਦਾ ਨਹੀਂ ਹੈ। ਸਹਿਜ ਸਮਾਵੈ ਸੋਏ, ਉਹ ਸਹਿਜ ਪਦ ਵਿੱਚ, ਸ਼ਾਂਤੀ ਵਿੱਚ ਸਮਾ ਜਾਂਦਾ, ਗਿਆਨ ਵਿੱਚ ਸਮਾ ਜਾਂਦਾ, ਸਹਿਜ ਸਰੂਪ ਵਿੱਚ ਸਮਾ ਜਾਂਦਾ, ਸਹਿਜੇ ਹੀ ਸਮਾ ਜਾਂਦਾ। ਸੁਣਿਆ ਲਾਗੈ ਸਹਿਜ ਧਿਆਨ, ਸਹਿਜ ਸਮਾਧ ਆਨੰਦ ਸੂਖ ਪੂਰੇ ਗੁਰਦੀਨ। ਸੋ ਇਸ ਤਰ੍ਹਾਂ ਉਹਦੇ ਅੰਦਰ ਸਹਿਜ ਆ ਜਾਂਦਾ। ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਭੁਲਾਇਣ। ਮਹੱਲਾ ਤੀਜਾ। ਸੋ ਭਗਉਤੀ ਜੋ ਭਗਵੰਤੈ ਜਾਣੈ, ਗੁਰ ਪ੍ਰਸਾਦੀ ਆਪ ਪਛਾਣੈ। ਹੁਣ ਬੇਨਤੀ ਕੀਤੀ ਕਿ ਭਗਤਾਂ ਦੇ ਕੀ ਲੱਖਣ ਨੇ। ਸਤਿਗੁਰੂ ਕਹਿੰਦੇ ਉਹ ਅਸਲੀ ਭਗਤ ਹੈ ਜੋ ਖਟ ਭਗਾਂ ਸੰਪੰਨ ਪ੍ਰਮਾਤਮਾ ਨੂੰ ਜਾਣਦਾ। 6 ਚਿੰਨ੍ਹ ਹੁੰਦੇ ਜਿਹੜੇ ਧਰਮ, ਜਸ, ਵੈਰਾਗ, ਪੁੰਨ, ਐਸ਼ਵਰਜ, ਸ੍ਰੀ ਵਿਗਿਆਨ। ਇਹ ਖਟ ਭਗਾਂ ਸੰਪੰਨ ਜੋ ਕਹਿਤ ਤਾਹੇ ਭਗਵਾਨ। ਸੋ ਭਗਉਤੀ ਜੋ ਭਗਵੰਤੈ ਜਾਣੈ। ਜੋ ਭਗਵੰਤ ਨੂੰ ਜਾਣ ਲੈਂਦਾ ਉਹਨੂੰ ਭਗਤ ਕਹਿੰਦੇ ਨੇ, ਉਹਨੂੰ ਭਗਉਤੀ ਕਹਿੰਦੇ ਨੇ। ਸ੍ਰੀ ਭਗਉਤੀ ਜੀ ਸਹਾਏ। ਉੱਤੇ ਲਿਖਿਆ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਉਤੀ ਜੀ ਸਹਾਏ। ਕਿਉਂਕਿ ਪਰਮਾਤਮਾ ਦੇ ਸਾਰਿਆਂ ਨਾਲੋਂ ਨੇੜੇ ਸਭ ਤੋਂ ਪਹਿਲਾਂ ਬਣਨ ਵਾਲੀ, ਜਾਣਨ ਵਾਲੀ ਸ਼ਕਤੀ, ਆਦਿ ਸ਼ਕਤੀ, ਕੁਦਰਤ, ਭਗਉਤੀ, ਚੰਡੀ, ਬਹੁਤ ਸਾਰੇ ਨਾਮ ਦਿੱਤੇ ਨੇ। ਇੱਥੋਂ ਆ ਕੇ ਕਨੈਕਸ਼ਨ ਆਪਣਾ ਕੱਟ ਗਿਆ ਔਰ ਗਲਤ ਪਾਸੇ ਨੂੰ ਖਿਆਲਾਤ ਚਲੇ ਗਏ ਸਾਰਿਆਂ ਦੇ। ਜੋ ਮਹਾਰਾਜ ਦੀ ਕੀਤੀ ਹੋਈ ਕਥਨੀ ਨੂੰ ਇੱਕ ਦੇਵੀ ਦਾ ਰੂਪ ਸਮਝ ਕੇ ਸਾਰੇ ਜਾਣੇ ਚੱਲ ਪਏ। ਸੋ ਮਹਾਰਾਜ ਜੀ ਨੇ ਤਾਂ ਬਚਨ ਕੀਤਾ ਕਿ ਸਾਰਿਆਂ ਨਾਲੋਂ ਜੋ ਨੇੜੇ ਹੈ, ਜੋ ਸਭ ਤੋਂ ਵੱਧ ਜਾਣਦੀ ਪਰਮਾਤਮਾ ਨੂੰ, ਚਰਨ ਸਰਨ ਜਿਹੇ ਬਸਤ ਭਵਾਨੀ। ਹਰ ਵਕਤ ਜੋ ਪਰਮਾਤਮਾ ਦੇ ਚਰਨਾਂ ਦੇ ਵਿੱਚ ਹਾਜ਼ਰ ਰਹਿੰਦੀ ਹੈ ਸੇਵਾ, ਉਹ ਜੋ ਮਹਾਨ ਸ਼ਕਤੀ, ਸ੍ਰਿਸ਼ਟੀ ਦੀ ਰਚਨਹਾਰ, ਕੁਦਰਤ ਕਰਕੇ ਵਸਿਆ ਸੋਏ। ਮਹਾਰਾਜ ਕਹਿੰਦੇ ਨੇ ਕੁਦਰਤ ਦੇ ਵਿੱਚ ਹੀ ਸਾਰਾ ਵਾਸਾ ਹੈ ਬ੍ਰਹਮ ਦਾ। ਕੁਦਰਤ ਦੇ ਰਾਹੀਂ ਜਾਣਿਆ ਜਾਂਦਾ ਹੈ। ਉਸੇ ਨੂੰ ਮਹਾਰਾਜ ਨੇ ਭਗਉਤੀ ਲਿਖਿਆ। ਸਤਿਗੁਰੂ ਕਹਿੰਦੇ ਤੇਰੀ ਸ਼ਕਤੀ। ਅਤੇ ਜੋ ਭਗਤੀ ਕਰਕੇ ਭਗਵੰਤ ਨੂੰ ਜਾਣ ਲੈਂਦਾ ਉਹ ਹੈ ਭਗਉਤੀ ਭਗਤ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਉਹ ਕੌਣ ਜੀ? ਕਹਿੰਦੇ ਗੁਰ ਪ੍ਰਸਾਦੀ ਆਪ ਪਛਾਣੈ। ਉਹ ਅਸਲ ਭਗਉਤੀ ਤੋਂ ਭਾਵ ਇੱਕ ਇਹ ਭਗਉਤੀਏ ਵੀ ਹੁੰਦੇ ਨੇ, ਰਾਸ ਧਾਰੀਏ, ਜੋ ਗੁਰਾਂ ਨੂੰ ਭਗਵੰਤ ਰੂਪ ਕਰਕੇ ਜਾਣਦਾ ਅਤੇ ਗੁਰਾਂ ਦੀ ਕਿਰਪਾ ਨਾਲ ਆਪਣੇ ਸਰੂਪ ਨੂੰ ਪਛਾਣਦਾ ਹੈ। ਸਤਿਗੁਰੂ ਮਹਾਰਾਜ ਜਿਵੇਂ ਫਰਮਾਉਂਦੇ ਨੇ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ 274 ਅੰਗ ਤੇ, ਭਗਉਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ। ਦੁਸ਼ਟਾਂ ਦਾ ਸੰਗ ਛੱਡ ਦਿੰਦੇ ਨੇ ਅਤੇ ਉਹ ਭਗਤ ਨੂੰ ਭਗਵੰਤ ਪਰਮੇਸ਼ਰ ਦਾ ਰੰਗ ਚੜ੍ਹ ਜਾਂਦਾ। ਉਹ ਭਗਉਤੀ ਹੈ। ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ। ਸਾਧ ਸੰਗ ਪਾਪਾ ਮਲ ਖੋਵੈ ਧੋਵੈ, ਤਿਸ ਭਗਉਤੀ ਕੀ ਮਤ ਊਤਮ ਹੋਵੈ। ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਮਨ ਤਨ ਅਰਤੈ ਬਿਸ਼ਨ ਪ੍ਰੀਤ। ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ।
ਭਾਵੇਂ ਇਹਦੇ ਇੱਥੇ ਭਾਵ ਅਰਥ ਭਗਉਤੀ ਭਗਤ ਦੇ ਕੀਤੇ ਨੇ, ਪਰ ਸਤਿਗੁਰੂ ਮਹਾਰਾਜ ਨੇ ਸਾਰਿਆਂ ਨਾਲੋਂ ਪਹਿਲਾ ਭਗਤ ਭਗਉਤੀ ਜੋ ਹੈ, ਪਰਮਾਤਮਾ ਦੀ ਭਗਉਤੀ ਭਗਤ ਕੌਣ? ਪਹਿਲਾਂ ਕੁਦਰਤ ਹੀ ਹੈ। ਕਿਉਂਕਿ ਸਾਰਿਆਂ ਨਾਲੋਂ ਪਹਿਲਾਂ ਦੂਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਓ। ਪਹਿਲਾਂ ਸਾਜਣਾ ਹੀ ਪਰਮਾਤਮਾ ਨੇ ਕੁਦਰਤ ਨੂੰ ਕੀਤਾ, ਅਤੇ ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪ੍ਰਾਣ ਕਤੇਬਾਂ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਸਾਰਾ ਕੁਝ ਜਿੰਨਾ ਹੀ ਲਿਖਿਆ ਆਸਾ ਦੀ ਵਾਰ 'ਚ ਕੁਦਰਤ ਉੱਤੇ ਹੀ ਮਹਾਰਾਜ ਨੇ ਲਿਖਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸੋ ਭਗਉਤੀ ਜੋ ਭਗਵੰਤੈ ਜਾਣੈ, ਗੁਰ ਪ੍ਰਸਾਦੀ ਆਪ ਪਛਾਣੈ। ਕਿਵੇਂ ਪਛਾਣਦਾ ਹੈ? ਧਾਵਤ ਰਾਖੈ ਇਕਤ ਕਰ ਆਣੈ। ਉਹ ਧਾਵਤ ਹੁੰਦਾ ਦੌੜਦੇ ਹੋਏ ਨੂੰ, ਦੌੜਦੇ ਹੋਏ ਮਨ ਨੂੰ ਇਕਤ ਕਰ ਆਣਾ, ਏਕਤਾ ਦੇ ਘਰ ਵਿੱਚ ਲਿਆ ਕੇ ਰੋਕ ਕੇ ਰੱਖਦਾ। ਉਹ ਕਿਵੇਂ ਰੋਕਦਾ ਹੈ ਜੀ? ਕਹਿੰਦੇ ਪਹਿਲਾਂ ਇੰਦਰੀਆਂ ਨੂੰ ਰੋਕਦਾ, ਧਾਵਤ ਰੱਖੈ। ਇੰਦਰੀਆਂ ਦੇ ਰਾਹੀਂ ਹੀ ਮਨ ਦੌੜਦਾ ਬਾਹਰ ਨੂੰ, ਤੇ ਇੰਦਰੀਆਂ ਦੇ ਰਾਹੀਂ ਹੀ ਪ੍ਰਾਪਤ ਕਰਦਾ ਸਵਾਦ, ਅਤੇ ਮਨ ਨੂੰ ਏਕਤਾ ਦੇ ਘਰ ਵਿੱਚ ਲਿਆਉਂਦਾ, ਅਤੇ ਫਿਰ ਜੀਵਤ ਭਾਵ ਤੋਂ ਮਰ ਕੇ ਹਰੀ ਨਾਮ ਨੂੰ ਕਥਨ ਕਰਦਾ। ਜੀਵਤ ਮਰੈ ਹਰ ਨਾਮ ਬਖਾਣੈ, ਐਸਾ ਭਗਉਤੀ ਉਤਮ ਹੋਏ, ਨਾਨਕ ਸੱਚ ਸਮਾਵੈ ਸੋਏ। ਇਹੋ ਜਿਹਾ ਜਿਹੜਾ ਭਗਉਤੀ ਹੈ ਨਾ, ਅਜਿਹੇ ਗੁਣਾਂ ਵਾਲਾ ਭਗਤ ਰਾਸ ਧਾਰੀਆ ਉਤਮ ਹੁੰਦਾ। ਮਹਾਰਾਜ ਕਥਨ ਕਰਦੇ ਨੇ, ਉਹ ਭਗਤ ਸੱਚ ਸਰੂਪ ਵਿੱਚ ਸਮਾ ਜਾਂਦਾ। ਮਹੱਲਾ ਤੀਜਾ। ਅੰਤਰ ਕਪਟ ਭਗਉਤੀ ਕਹਾਏ, ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ। ਜਿਹਦੇ ਹਿਰਦੇ ਦੇ ਅੰਦਰ ਕਪਟ ਹੈ, ਅੰਦਰ ਛਲ ਹੈ, ਬਾਹਰੋਂ ਦਿਖਾਵਾ ਹੈ ਭਗਤੀ ਦਾ, ਆਪਣੇ ਆਪ ਨੂੰ ਭਗਤ ਕਹਾਉਂਦਾ, ਭਗਉਤੀ ਕਹਾਉਂਦਾ, ਉਹ ਪਖੰਡੀ ਲੋਕ ਜਿਹੜਾ ਹੈ, ਉਹ ਕੋਈ ਵੀ ਬੰਦਾ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦਾ। ਉਹਦੇ ਅੰਦਰ ਕਪਟ ਕੀ ਹੈ? ਪਖੰਡ ਕੀ ਕਰਦਾ ਉਹ? ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ। ਉਹ ਤਾਂ ਸਗੋਂ ਪਰਾਈ ਨਿੰਦਾ ਕਰਕੇ ਅੰਤःਕਰਨ ਰੂਪ, ਜਿਹੜਾ ਅੰਤःਕਰਨ ਦੇ ਵਿੱਚ ਅੰਦਰ ਪਾਪਾਂ ਦੀ ਜਿਹੜੀ ਹੈ ਨਾ ਮੈਲ, ਇਹਨੂੰ ਲਾ ਰਿਹਾ ਪਰਾਈ ਨਿੰਦਾ ਕਰਕੇ। ਬਾਹਰੋਂ ਸਰੀਰ ਨੂੰ ਮਲ ਮਲ ਕੇ ਧੋਂਦਾ, ਬਾਹਰ ਮਲ ਧੋਵੈ। ਇਹਦੇ ਕਾਰਨ ਨਾਲ ਸਤਿਗੁਰੂ ਕਹਿੰਦੇ ਮਨ ਦੀ ਜਿਹੜੀ ਝੂਠ ਹੈ, ਅਪਵਿੱਤਰਤਾ ਹੈ, ਉਹ ਕਦੇ ਜਾਂਦੀ ਨਹੀਂ। ਸਤ ਸੰਗਤ ਸਿਉ ਬਾਦ ਰਚਾਏ, ਆਂਦਿਨ ਦੁਖੀਆ ਦੂਜੈ ਪਾਏ। ਮਹਾਰਾਜ ਜੀ ਕਹਿੰਦੇ ਉਹ ਪਖੰਡੀ ਬੰਦਾ, ਉਹਦੀ ਨਿਸ਼ਾਨੀ, ਅਗਲੀ ਨਿਸ਼ਾਨੀ ਕੀ ਹੈ? ਨਿੰਦਾ ਕਰਨ ਵਾਲੇ ਦੀ ਮਨ ਦੇ ਅੰਦਰ ਮੈਲ, ਪਖੰਡੀ ਕਪਟੀ ਜਿਹੜਾ ਛਲੀਆ ਹੈ, ਉਹ ਪਖੰਡੀ ਹਮੇਸ਼ਾ ਸਤਸੰਗਤ ਵਿੱਚ ਆ ਕੇ ਝਗੜਾ ਕਰਦਾ, ਸਤਸੰਗਤ ਦੇ ਨਾਲ ਵਾਦ ਕਰਦਾ ਹੈ, ਵਾਦ ਵਿਵਾਦ ਕਰਦਾ ਹੈ। ਇਹ ਉਹਦੀਆਂ ਨਿਸ਼ਾਨੀਆਂ ਨੇ। ਜਿਹੜਾ ਸਤਸੰਗਤ ਵਿੱਚ ਆ ਕੇ ਝਗੜਾ ਕਰੇ, ਰੌਲਾ ਪਾਵੇ, ਗੁਰੂ ਘਰਾਂ ਦੇ ਵਿੱਚ ਰੌਲਾ ਪਾਵੇ, ਇਹਦਾ ਮਤਲਬ ਕਪਟੀ, ਪਖੰਡੀ, ਨਿੰਦਕ, ਮੈਲਾ ਇਨਸਾਨ। ਸਤਸੰਗਤ ਸਿਉ ਬਾਦ ਰਚਾਏ, ਆਮਦਨ ਦੁਖੀਆ ਦੂਜਾ ਭਾਏ। ਉਹ ਦਵੈਸ਼ ਭਾਅ ਦੇ ਵਿੱਚ ਤਦਾਕਾਰ ਹੋ ਕੇ ਰਚ ਮਿਚ ਕੇ ਰਾਤ ਦਿਨ ਦੁਖੀ ਹੋਈ ਰਹਿੰਦਾ, ਬਸ ਰਹਿੰਦਾ ਦੁਖੀ ਹੋਈ ਹੈ। ਉਹਨੂੰ ਹੋਰ ਕੋਈ ਥਾਂ ਹੀ ਨਹੀਂ ਮਿਲੀ ਲੜਨ ਨੂੰ। ਉਹ ਆਉਂਦਾ ਹੀ ਸਤਸੰਗਤ ਵਿੱਚ ਲੜਨ ਵਾਸਤੇ, ਝਗੜੇ ਕਰਨ ਵਾਸਤੇ। ਗੁਰਬਾਣੀ ਨੇ ਸਾਰੇ ਫੈਸਲੇ ਦਿੱਤੇ ਹੋਏ ਨੇ, ਹਰੇਕ ਬੰਦੇ ਦੀ ਨਿਸ਼ਾਨੀ ਦੱਸੀ ਹੋਈ ਹੈ। ਕਿਉਂਕਿ ਉਹ ਝਗੜੇ ਜਿਹੜੇ ਕਰਦਾ ਹੈ, ਇਹਨਾਂ ਅਲਾਮਤਾਂ ਉਹਦੇ ਅੰਦਰ ਦੀਆਂ ਬਿਮਾਰੀਆਂ ਜਿਹੜੀਆਂ ਇਕੱਠੀਆਂ ਹੋਈਆਂ ਨੇ, ਉਹ ਕਿਉਂ ਹੋਈਆਂ ਨੇ? ਹਰ ਨਾਮ ਨਾ ਚੇਤੈ ਬਹੁ ਕਰਮ ਕਮਾਏ। ਉਹ ਬਹੁਤੇ ਤਰ੍ਹਾਂ ਦੇ ਕਰਮ ਕਾਂਡ ਜੇ ਕਰੀ ਜਾਂਦਾ, ਦਿਖਾਵੇ ਮਾਤਰ, ਆਪਣੀ ਵਡਿਆਈ ਲਈ, ਪਰ ਉਹ ਕਦੇ ਵੀ ਨਾਮ ਨਹੀਂ ਜਪਦਾ ਬੈਠ ਕੇ। ਜੇ ਤਾਂ ਨਾਮ ਜਪੇ ਫੇਰ ਤਾਂ ਉਹਨੂੰ ਸ਼ਾਂਤੀ ਆਵੇ। ਜਦ ਤਾਂ ਨਾਮ ਸਿਮਰਨ ਹੁੰਦਾ, ਉੱਥੋਂ ਦੌੜ ਜਾਂਦਾ। ਨਾਮ ਸਿਮਰਨ ਹੋਇਆ। ਉਹੇ ਜਿਹੇ ਨਿੰਦਕ ਜਿਹੜੇ ਪਖੰਡੀ, ਕਪਟੀ, ਪਰਾਈ ਮੈਲ ਲਾਉਣ ਵਾਲੇ, ਝਗੜੇ ਵਾਲੇ, ਕਦੇ ਵੀ ਨਹੀਂ ਆਪਾਂ ਦੇਖਾਂਗੇ ਉਹ ਕੀਰਤਨ ਸੁਣ ਰਿਹਾ ਬੈਠ ਕੇ, ਕੋਈ ਕਥਾ ਸੁਣ ਰਿਹਾ, ਜਾਂ ਉਹ ਮਹਾਰਾਜ ਕਹਿੰਦੇ ਕੋਈ ਸਿਮਰਨ ਕਰ ਰਿਹਾ ਬੈਠ ਕੇ, ਜਾਂ ਉਹਨੂੰ ਕੋਈ ਨਿਤਨੇਮ ਕੰਠ ਹੋਵੇ,
ਜਾਂ ਰਹਿ ਰਾਸ ਪੜ੍ਹਦਾ ਦੇਖਿਆ ਹੋਵੇ ਕਦੇ ਉਹ। ਇਸ ਕਰਕੇ ਕਿਉਂਕਿ ਉਹ ਕਹਿੰਦਾ ਮੇਰੇ ਵਰਗਾ ਕੋਈ ਸਿਆਣਾ ਨਹੀਂ, ਮੈਨੂੰ ਸਾਰਾ ਪਤਾ। ਬਹੁਤਾ ਜ਼ਿਆਦਾ ਹੰਕਾਰ ਹਉਮੈ ਚੜ੍ਹੀ ਹੋਈ ਹੋਣ ਕਰਕੇ। ਪਰ ਸਤਿਗੁਰੂ ਕਹਿੰਦੇ ਉਹ ਵੀ ਕੀ ਕਰੇ, ਤੁਸੀਂ ਵੀ ਕਹਿੰਦੇ ਇਉਂ ਜਾਣ ਲਓ, ਹੁਣ ਉਹਦਾ ਖਹਿੜਾ ਛੱਡਣਾ ਜੋ ਹੋਇਆ। ਪੂਰਬ ਲਿਖਿਆ ਸੋ ਮੇਟਣਾ ਨਾ ਜਾਏ, ਕਹਿੰਦੇ ਉਹਦੇ ਪਿਛਲੇ ਜਨਮ ਦਾ ਜਿਹੜਾ ਲੇਖ ਪਿਆ ਨਾ, ਉਹ ਭੋਗੇ ਤੋਂ ਬਿਨਾਂ ਲੇਖ ਜਾਂਦਾ ਨਹੀਂ, ਕਿਉਂਕਿ ਇਹਨੇ ਜਾਣਾ ਹੀ ਗਲਤ, ਕਨੈਕਸ਼ਨ ਹੀ ਗਲਤ ਹੋਇਆ ਸਾਰਾ ਇਹਦਾ। ਇਹ ਤਾਂ ਚੱਕਰ ਐਸਾ ਪੁੱਠਾ ਚੱਲਿਆ ਕਿ ਇਹਨੇ ਇਸ ਬਹਾਨੇ ਨਰਕਾਂ ਨੂੰ ਜਾਣਾ, ਪਤਾ ਨਹੀਂ ਟੇਢੀਆਂ ਜੂਨਾਂ 'ਚ ਪੈਣਾ ਕਿ ਕੀ ਹੋਣਾ, ਇਹ ਰੱਬ ਜਾਣੇ ਵੀ ਇਹਦਾ ਬਣਨਾ ਕੀ ਹੈ। ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ, ਸਤਿਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਸਕਦਾ। ਪਰ ਸੇਵਾ ਉਹਦੇ ਕਰਮਾਂ 'ਚ ਹੈ ਨਹੀਂ, ਕਿਉਂਕਿ ਸੇਵਾ ਦੇ ਕੋਈ ਸਾਧਨ ਬਣਾਏ ਸੀ, ਉਹ ਸਾਧਨਾਂ ਨੂੰ ਉਹਨੇ ਕੱਟ ਮਾਰਿਆ। ਨਾ ਕਰਨ ਦੇ ਮਾਰੇ ਨੇ ਕਿਹਾ ਗੁਰੂ ਸਾਹਿਬ ਨੂੰ ਤਾਂ ਲੋੜ ਹੀ ਨਹੀਂ, ਰਮਾਲਿਆਂ ਦੀ ਲੋੜ ਨਹੀਂ, ਇਹ ਮਹਾਰਾਜ ਨੂੰ ਏਸੀ ਕਾਹਦੇ ਲਈ ਲਾਇਆ ਬਈ, ਇੱਥੇ ਹੀਟ ਦੀ ਕੀ ਲੋੜ ਆ, ਇਹਨਾਂ ਨੂੰ ਕਿਹੜਾ ਭੋਗ ਲੱਗਦਾ, ਇਹਨਾਂ ਨੂੰ ਕਿਹੜਾ ਚੌਰ ਦੀ ਲੋੜ ਆ। ਉਹ ਜਿਉਂ ਲੱਗਿਆ ਇਦਾਂ ਕਰਨ ਵੀ ਜੇ ਤੂੰ ਸੇਵਾ ਨਹੀਂ ਕਰਨੀ ਨਾ ਕਰ, ਦੂਜੇ ਨੂੰ ਤਾਂ ਨਾ ਹਟਾ। ਅਸੀਂ ਤਾਂ ਬਹਾਨੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਤਾਂ ਖੜਨਾ, ਨੇੜੇ ਲੱਗਣਾ, ਕੋਲ ਬੈਠਣਾ, ਪਿਆਰ ਪਾਉਣਾ ਗੁਰਾਂ ਨਾਲ। ਪਿਆਰ ਕਿਵੇਂ ਪਾਈਏ ਗੁਰੂ ਸਾਹਿਬ ਨਾਲ? ਸ਼ਬਦ ਦੀ ਵਿਚਾਰ ਵੀ ਪਿਆਰ ਹੈ, ਬਾਣੀ ਪੜ੍ਹਨੀ ਵੀ ਪਿਆਰ ਹੈ, ਸੁੰਦਰ ਰਮਾਲੇ ਸਜਾਉਣੇ ਵੀ ਪਿਆਰ ਹੈ, ਪ੍ਰਕਾਸ਼ ਕਰਨਾ ਹੈ, ਪ੍ਰਕਾਸ਼ ਅਸਥਾਨ ਦੀ ਸੇਵਾ, ਸੁਖਾਸਨ ਅਸਥਾਨ ਦੀ ਸੇਵਾ, ਗੁਰਾਂ ਦੇ ਨੇੜੇ ਵੀ ਤਾਂ ਲੱਗਣਾ ਹੈ ਨਾ ਕਿਸੇ ਬਹਾਨੇ ਨਾਲ। ਇਹ ਗੁਰਾਂ ਤੋਂ ਦੂਰ ਕਰਦੇ ਜਾਂਦੇ ਸਾਰਿਆਂ ਨੂੰ। ਮਹਾਰਾਜ ਨੂੰ ਤਾਂ ਲੋੜ ਨਹੀਂ ਹੈ, ਉਹ ਠੀਕ ਹੈ, ਨਿਰਗੁਣ ਸਰੂਪ ਵਿੱਚ ਮਹਾਰਾਜ ਨੂੰ ਕੁਛ ਨਹੀਂ ਲੋੜ ਹੈ। ਪਰ ਪਰਮਾਤਮਾ ਦਾ ਸਰਗੁਣ ਰੂਪ ਵੀ ਐਸਾ ਹੈ, ਸਤਵ ਨੈਣ ਨਨ ਨੈਣ ਹੈ ਤੋਹਿ ਕੋ ਸਹਸ ਮੂਰਤ ਨਨਾ ਇੱਕ ਤੋਹੀ, ਸਹਸ ਪਦ ਵਿਮਲ ਨਾ ਨੇਕ ਪਦ ਗੰਧ ਬਿਨ ਸਹਸ ਤਵ ਗੰਧੇ ਵਿਚਲਤ ਮੋਹੀ। ਪਰਮਾਤਮਾ ਨੂੰ ਨਿਰਗੁਣ ਸਰੂਪ ਵਿੱਚ ਨਹੀਂ ਲੋੜ ਹੈ ਕਿਸੇ ਚੀਜ਼ ਦੀ, ਪਰ ਸਰਗੁਣ ਰੂਪ ਦੇ ਵਿੱਚ ਗੁਰਸਿੱਖ ਨੂੰ ਨੇੜੇ ਲਾਉਣ ਲਈ ਸੇਵਾ ਕਰਾਉਣ ਦੇ ਇੱਕ ਬਹਾਨੇ ਬਣਾਏ। ਗੁਰੂ ਗ੍ਰੰਥ ਸਾਹਿਬ ਦੀ ਰਚਨਾ ਪਹਿਲੇ ਪਾਤਸ਼ਾਹ ਇਕੱਲੇ ਹੀ ਕਰਕੇ ਚਲੇ ਜਾਂਦੇ, ਬਾਕੀ 9 ਸਰੂਪਾਂ ਨੂੰ ਤਾਂ ਆਉਣ ਦੀ ਲੋੜ ਵੀ ਨਹੀਂ ਸੀ, ਇਕੱਲੇ ਹੀ ਸਾਰਾ ਕੁਝ ਕਰ ਸਕਦੇ ਸੀ। ਪਰ ਉਹਨਾਂ ਨੇ ਇੱਕ ਲੰਬਾ ਸਮਾਂ 239 ਵਰ੍ਹੇ ਸਿੱਖ ਸੰਗਤ ਨੂੰ ਆਪਣਾ ਸਰੂਪ ਦਰਸ਼ਨ ਦਿੱਤੇ। 10 ਸਰੂਪਾਂ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਨੇ ਬਹੁਤ ਸੇਵਾ ਕੀਤੀ, ਗੁਰੂ ਨਾਨਕ ਦੇਵ ਜੀ ਨੇ, ਗੁਰੂ ਅਮਰਦਾਸ ਜੀ ਨੇ ਸੇਵਾ ਦੀ ਹੱਦ ਟਪਾਤੀ, ਗੁਰੂ ਰਾਮਦਾਸ ਜੀ ਨੇ ਆਪ ਟੋਕਰੇ ਢੋਏ, ਮਿੱਟੀ ਦੇ ਜੂਠੇ ਭਾਂਡੇ ਮਾਂਜਣੇ। ਉਹਨਾਂ ਨੇ ਇੱਕ ਆਦਰਸ਼ ਦਿਖਾਇਆ, ਇੱਕ ਪੂਰਨੇ ਪਾ ਤੇ ਸੇਵਾ ਦੇ ਵੀ ਇਸ ਤਰ੍ਹਾਂ ਆਪਾਂ ਨੇ ਸੇਵਾ ਕਰਨੀ ਆ ਸਾਰਿਆਂ ਨੇ, ਇਸ ਤਰ੍ਹਾਂ ਆਪਾਂ ਸ਼ਬਦ ਦੀ ਵਿਚਾਰ ਕਰਨੀ। ਗੁਰੂ ਰਾਮਦਾਸ ਦੇ ਨੇਤਰਾਂ ਚੋਂ ਬਾਣੀ ਉਚਾਰਦਿਆਂ ਜਲ ਜਾਂਦਾ ਹਮੇਸ਼ਾ, ਮੈਂ ਨੀਰ ਵਹੇ ਵਹਿ ਚੱਲੈ ਜੀਓ। ਉਹ ਸਤਿਗੁਰੂ ਜੀ ਵਿਰਾਗ ਕਰਕੇ ਦਿਖਾਉਂਦੇ ਤੇ ਵਿਰਾਗ ਦੀ ਸਾਨੂੰ ਦਸ਼ਾ ਦੱਸਦੇ। ਵਿਰਾਗ ਇਹ ਹੁੰਦਾ, ਜੇ ਤਿਆਗ ਦਿਖਾਇਆ 10ਵੇਂ ਪਾਤਸ਼ਾਹ ਨੇ ਤਾਂ ਤਿਆਗ ਵੀ ਦਿਖਾਇਆ, ਜੇ ਭਾਣਾ ਮੰਨਿਆ ਗੁਰੂ ਅਰਜਨ ਦੇਵ ਜੀ ਨੇ ਭਾਣਾ ਮੰਨ ਕੇ ਦਿਖਾਇਆ। ਹਰੇਕ ਸਰੂਪ ਨੇ ਹਰੇਕ ਚੀਜ਼ ਕਰਕੇ ਦਿਖਾਈ। 6ਵੇਂ ਪਾਤਸ਼ਾਹ ਨੇ ਖੰਡਾ ਖੜਕਾ ਕੇ ਦਿਖਾਇਆ, 7ਵਿਆਂ ਨੇ ਸ਼ਾਂਤ ਰਸ ਵਿੱਚ ਰਹਿ ਕੇ ਦਿਖਾਇਆ, 8ਵਿਆਂ ਨੇ ਦੁਨੀਆ ਦੇ ਕਸ਼ਟ ਨੂੰ ਸਹਾਰਿਆ, 9ਵਿਆਂ ਨੇ ਦੂਜਿਆਂ ਲਈ ਉਪਕਾਰ ਕਰਕੇ ਦਿਖਾਇਆ, 10ਵੇਂ ਪਾਤਸ਼ਾਹ ਨੇ ਸਭ ਤੋਂ ਵੱਡਾ ਕਰਮ ਕੀਤਾ ਤੇ ਆਪਣਾ ਪਰਿਵਾਰ ਵਾਰਿਆ ਔਰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਫਿਰ ਸਤਿਗੁਰੂ ਜੀ ਨੇ ਆਪ ਛਕਿਆ। ਨਹੀਂ ਤਾਂ ਇੱਕ ਸਰੂਪ ਧਾਰਦੇ ਗੁਰੂ, ਕਹਿੰਦੇ ਆ ਪਿਆ ਖੰਡਾ ਬਾਟਾ, 5 ਬਾਣੀਆਂ ਨੇ, ਪੜ੍ਹ ਕੇ ਅੰਮ੍ਰਿਤ ਤਿਆਰ ਕਰਕੇ ਛਕ ਲਿਆ ਕਰਿਓ, ਮੈਂ ਚੱਲਿਆ। ਪਰ ਆਪ 10ਵੇਂ ਪਾਤਸ਼ਾਹ ਨੇ ਤਿਆਰ ਕਰਕੇ ਆਪ ਛਕ ਕੇ ਪਰਿਵਾਰ ਨੂੰ ਛਕਾ ਕੇ ਰਹਿਤ ਰੱਖ ਕੇ ਸਾਰੀ ਮਰਿਆਦਾ ਬਣਾ ਕੇ ਫੇਰ ਗਏ ਆ। ਗਏ ਵੀ ਨਹੀਂ ਕਿਤੇ, ਵੈਸੇ ਹੀ ਦੁਨੀਆ ਦੇ ਅੱਖਾਂ ਤੋਂ ਸਿਰਫ ਉਹਲਾ ਹੀ ਕਰਨਾ ਹੁੰਦਾ, ਪ੍ਰਮਾਤਮਾ ਨੇ ਜਾਣਾ ਉਹਨਾਂ ਨੇ ਕਿੱਥੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ। ਸਤਿਗੁਰੂ ਦੀ ਸੇਵਾ ਕੀਤੇ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਪੌੜੀ ਸਤਿਗੁਰ ਜਿਨੀ ਤੇ ਆਇਆ ਸੇ ਕੜਨ ਸਵਾਹੀ। ਜਿਨ੍ਹਾਂ ਨੇ ਸਤਿਗੁਰਾਂ ਨੂੰ ਧਿਆਉਣਾ ਕੀਤਾ ਨਾ,
ਉਹ ਸਵਾਹੀ ਭਾਵ ਸਾਰੀਆਂ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਕੜਨ ਕਰਦੇ ਨੇ, ਦਮਨ ਕਰਦੇ ਨੇ, ਰੋਕ ਕੇ ਰੱਖਦੇ ਨੇ। ਸਵਾਹੀ ਹੁੰਦਾ ਸਵਾਹ ਤੋਂ ਭਾਵ ਹੁੰਦਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਝੂਰਦੇ ਨਹੀਂ ਹਨ, ਉਹ ਝੂਰਨੇ ਵਿੱਚ ਨਹੀਂ ਸੌਂਦੇ। ਸਤਿਗੁਰ ਜੀ ਨੀਤ ਆਇਆ ਸੇ ਤ੍ਰਿਪਤ ਅਗਾਹੀ, ਜਿਨ੍ਹਾਂ ਨੇ ਸਤਿਗੁਰਾਂ ਨੂੰ ਧਿਆਉਣਾ ਕੀਤਾ, ਸਤਿਗੁਰਾਂ ਦਿੱਤੇ ਉਪਦੇਸ਼ ਨੂੰ ਕਮਾਉਣਾ, ਉਹਨਾਂ ਨੇ ਗੁਰਾਂ ਨੂੰ ਧਿਆਇਆ ਹੈ, ਗੁਰਾਂ ਦੇ ਵਿੱਚ ਉਹਨਾਂ ਦੀ ਲਿਵ ਜੁੜੀ ਹੈ। ਉਹ ਲੋਕ ਪਰਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਕੇ ਬਿਲਕੁਲ ਸੱਚਮੁੱਚ ਹੀ ਰੱਜ ਗਏ ਨੇ। ਤ੍ਰਿਪਤ ਵੀ ਉਹੀ ਅੱਖਰ, ਅਗਾਹੀ ਵੀ ਉਹੀ ਹੈ। ਪਦਾਰਥਾਂ ਵੱਲੋਂ, ਇਸ ਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਗਏ, ਅਗਾਹੀ ਰੱਜ ਗਏ ਨੇ। ਜਿਹੜੇ ਪਦਾਰਥ ਉੱਪਰ ਸਵਰਗਾਂ ਆਦਿਕ ਦੇ, ਉਹਨਾਂ ਵੱਲੋਂ ਵੀ ਰੱਜ ਗਏ ਨੇ। ਸਤਿਗੁਰ ਜੀ ਨੀਤ ਆਇਆ ਤਿਨ ਜਮ ਡਰ ਨਾਹੀ, ਜਿਨ੍ਹਾਂ ਨੇ ਸਤਿਗੁਰਾਂ ਨੂੰ ਧਿਆਉਣਾ ਕੀਤਾ, ਉਹਨਾਂ ਨੂੰ ਜਮਾਂ ਦਾ ਡਰ ਨਹੀਂ ਪੈਂਦਾ ਹੁੰਦਾ ਮਨ ਦੇ ਅੰਦਰ ਕਦੇ। ਜਿਨ ਕਾ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ, ਜਿਨ੍ਹਾਂ ਉੱਤੇ ਹਰੀ ਪ੍ਰਮਾਤਮਾ ਕਿਰਪਾਲੂ ਹੋਇਆ, ਉਹ ਸਤਿਗੁਰਾਂ ਦੇ ਚਰਨੀ ਪੈ ਜਾਂਦੇ ਨੇ। ਸੋ 99 ਅੰਗ ਤੇ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ ਪੰਗਤੀ। ਤਿਨ ਇੱਥੇ ਉਥੈ ਮੁਖ ਉਜਲੇ, ਹਰ ਦਰਗਾਹ ਪੈਦੇ ਜਾਹੀ। ਉਹਨਾਂ ਦੇ ਇੱਥੇ ਇਸ ਲੋਕ ਵਿੱਚ ਉਥੈ ਤੋਂ ਭਾਵ ਪਰਲੋਕ ਦੇ ਵਿੱਚ ਮੁਖ ਉਜਲੇ ਹੁੰਦੇ ਨੇ। ਉਹ ਹਰੀ ਦੀ ਦਰਗਾਹ ਵਿੱਚ ਜਸ ਰੂਪ ਪੁਸ਼ਾਕ ਪਹਿਨ ਕੇ ਜਾਂਦੇ ਨੇ, ਉਹਨਾਂ ਨੂੰ ਜਸ ਦਾ ਪੁਸ਼ਾਕਾ ਪਹਿਨਾਇਆ ਜਾਂਦਾ। ਜਿਵੇਂ ਇੱਥੇ ਰਾਜੇ ਮਹਾਰਾਜੇ ਜਦੋਂ ਬਹੁਤ ਖੁਸ਼ ਹੁੰਦੇ ਸੀ ਤਾਂ ਆਪਣਾ ਬੜਾ ਕੀਮਤੀ ਉੱਪਰਲਾ ਜਿਹੜਾ ਸ਼ਾਹੀ ਪੁਸ਼ਾਕਾ ਹੁੰਦਾ ਸੀ ਉਹ ਉਤਾਰ ਕੇ ਇਨਾਮ ਵਜੋਂ ਦੇ ਦਿੰਦੇ ਸੀ। ਜਿਹਨੂੰ ਉਹ ਪੁਸ਼ਾਕਾ ਮਿਲਦਾ ਸੀ ਉਹਨੂੰ ਮਾਨੋ ਪਰਮਵੀਰ ਚੱਕਰ ਮਿਲ ਗਿਆ, ਮਾਨੋ ਉਹਨੂੰ ਹੁਣ VIP ਬਣ ਗਿਆ ਉਹ ਸਾਰਿਆਂ ਦੇ ਵਿੱਚ। ਜਿਹਨੂੰ ਰਾਜਾ ਆਪਣਾ ਪੁਸ਼ਾਕਾ ਦੇ ਦਿੰਦਾ ਸੀ ਉਹਦਾ ਬਹੁਤ ਸਤਿਕਾਰ ਹੁੰਦਾ ਚਾਰੇ ਪਾਸੇ। ਜਦੋਂ ਉਹਨੂੰ ਪਾ ਕੇ ਲੰਘਦਾ ਤਾਂ ਲੋਕ ਰਾਜਾ ਸਮਝ ਕੇ ਸਤਿਕਾਰ ਕਰਦੇ ਉਹਦਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਮੁਖਾਂ ਨੂੰ ਇਸ ਲੋਕ ਵਿੱਚ ਆਪਣਾ ਪੁਸ਼ਾਕਾ, ਆਪਣਾ ਬਾਣਾ, ਬਾਣੀ, 5 ਕਕਾਰ, ਸੁੰਦਰ ਦਾੜਾ, ਸੁੰਦਰ ਦਸਤਾਰਾ, ਇਹ ਕਲਗੀਧਰ ਦਾ ਆਪਣਾ ਪੁਸ਼ਾਕਾ ਹੈ। ਇੱਥੇ ਮਹਾਰਾਜ ਨੇ ਉਹ ਪੁਸ਼ਾਕਾ ਬਖਸ਼ਿਆ ਖਾਲਸੇ ਨੂੰ, ਅਤੇ ਦਰਗਾਹ ਦੇ ਵਿੱਚ ਜਿਹੜਾ ਸੀ ਜਸ ਰੂਪ ਪੁਸ਼ਾਕਾ ਬਖਸ਼ਿਆ ਉਹਨੂੰ। ਉੱਥੇ ਸੂਖਮ ਰੂਪ ਦੇ ਵਿੱਚ ਇੱਕ ਵੱਖਰਾ ਪੁਸ਼ਾਕਾ ਸਿਰੋਂ ਪਾਉ ਮਿਲਦਾ, ਉਹ ਪ੍ਰਕਾਸ਼ ਸਰੂਪ ਹੁੰਦਾ ਨਾਮ ਦਾ।